ਸ੍ਰੀ ਅਕਾਲ ਗੁਰੂ ਜੀ ਤੇ ਸਾਧ ਸੰਗਤ ਜੀ ਆਓ 13ਵੀਂ ਅਸ਼ਟਪਦੀ ਸਰਵਣ ਕਰੀਏ। ਬਾਣੀ ਅਗਾਧ ਬੋਧ ਹੈ ਤਾਂ ਸਿਰਫ ਇੱਕ ਕੋਸ਼ਿਸ਼ ਹੀ ਕੀਤੀ ਜਾ ਸਕਦੀ ਹੈ ਉਹਨੂੰ ਸਮਝਣ ਦੀ ਇਸ ਮਨੁੱਖੀ ਜਾਮੇ ਵਿੱਚ। ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਹਉਮੈ ਤੋਂ ਬਚਣਾ ਹੈ, ਹਉਮੈ ਤੋਂ ਉਧਾਰ ਕਿੱਦਾਂ ਕਰਨਾ ਹੈ, ਇਹ ਉਹ ਯਾਦ ਕਰਾ ਰਹੇ ਹਨ। ਇਸ ਅਸ਼ਟਪਦੀ ਵਿੱਚ ਸੰਤ ਦੀ ਨਿੰਦਾ ਕਰਨ ਤੋਂ ਉਹ ਸਾਨੂੰ ਵਰਜ ਰਹੇ ਹਨ, ਰੋਕ ਰਹੇ ਹਨ, ਕਿਉਂਕਿ ਇਹੋ ਇੱਕ ਵਸੀਲਾ ਹੈ ਤੇ ਉਪਦੇਸ਼ ਦੇ ਰਹੇ ਹਨ ਕਿ ਜਪਣਾ ਉਸ ਨਾਲ ਹੀ ਹਉਮੈ ਦੂਰ ਹੋਏਗੀ। ਆਖਿਰ ਵਿੱਚ ਦੱਸਦੇ ਹਨ ਕਿ ਪੁਰਾਣੇ ਇਕੱਠੇ ਕੀਤੇ ਹੋਏ ਸੰਸਕਾਰ ਹੀ ਸਾਨੂੰ ਨਿੰਦਾ ਵੱਲ ਪ੍ਰੇਰਦੇ ਹਨ ਤੇ ਆਖਰੀ ਪਦੇ ਵਿੱਚ ਉਹ ਸਮਝਾ ਰਹੇ ਹਨ ਕਿ ਵਾਹਿਗੁਰੂ ਦੇ ਗੁਣ ਗਿਆਨ ਕਰ, ਉਸੀ ਨਾਲ ਤੇਰੇ ਕਿਰਤ ਕਰਮ ਦੀ ਮੈਲ ਕੱਟੇਗੀ। ਸ਼ਲੋਕ। ਸੰਤ ਸ਼ਰਨ ਜੋ ਜਨ ਪੜੇ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਸਾਹਿਬ ਕਹਿੰਦੇ ਹਨ ਜੋ ਪੁਰਖ ਸੰਤਾਂ ਦੀ ਸ਼ਰਨ ਆ ਪੈਂਦਾ ਹੈ ਉਹ ਪੁਰਖ ਆਣ ਜਾਣ ਦੇ ਚੱਕਰ ਤੋਂ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਸੰਤਾਂ ਦੀ ਨਿੰਦਾ ਕਰਕੇ ਮੁੜ ਮੁੜ ਅਸੀਂ ਜਨਮ ਮਰਨ ਵਿੱਚ ਫਸਦੇ ਹਾਂ। अष्टपदी। संत के दुखन आरजा कटे, संत के दुखन जमते नहीं छुटे, संत के दुखन सुख सब जाए, संत के दुखन नरक में पाए, संत के दुखन मत होए मलीन, संत के दुखन शोभातेहीन, संत के हते को रखे न कोई, संत के दुखन थान भ्रष्ट होए, संत कृपाल कृपा जे करे, नानक संत संग निंदक भी तरे। परमात्मा ਕਹਿੰਦੇ ਹਨ ਜੋ ਲੋਕ ਸੰਤਾਂ ਨੂੰ ਦੋਸ਼ ਲਾਉਂਦੇ ਹਨ ਉਹਨਾਂ ਦੀ ਉਮਰ ਘੱਟਦੀ ਹੈ, ਉਹ ਦੁੱਖ 'ਚ ਜਮਾ ਤੋਂ ਨਹੀਂ ਛੁੱਟ ਸਕਦੇ ਤੇ ਸੰਤ ਨੂੰ ਦੁੱਖ ਦੇਣ ਵਾਲੇ ਸਾਰਾ ਸੁੱਖ ਆਪਣਾ ਦੂਰ ਕਰ ਲੈਂਦੇ ਹਨ। ਸੰਤ ਨੂੰ ਦੁੱਖ ਲਾਉਣ ਵਾਲੇ ਨਰਕ ਵਿੱਚ ਪਾਇਆ ਜਾਂਦਾ ਹੈ। ਸੰਤ ਨੂੰ ਦੁੱਖ ਦੇਣ ਨਾਲ ਬੁੱਧੀ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ, ਮਲੀਨ ਹੋ ਜਾਂਦੀ ਹੈ। ਸੰਤ ਨੂੰ ਦੁੱਖ ਦੇ ਕੇ ਜੀਵ ਸ਼ੋਭਾ ਤੋਂ ਰਹਿਤ ਹੋ ਜਾਂਦਾ ਹੈ। ਸੰਤ ਦੇ ਤਰਾਹੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ। ਸੰਤ ਨੂੰ ਦੁੱਖ ਲਾਉਣ ਵਾਲੇ ਦੁਖੀ ਆਪਣੇ ਸਥਾਨ ਤੋਂ ਭ੍ਰਸ਼ਟ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਲੇਕਿਨ ਜੇ ਸੰਤ ਕਿਰਪਾ ਕਰੇ ਤਾਂ ਸੰਤ ਦੇ ਸੰਗ ਨਾਲ ਨਿੰਦਕ ਵੀ ਤਰ ਜਾਂਦਾ ਹੈ। ਸੰਤ ਕੇ ਦੋਖਨ ਤੇ ਮੁਖ ਪਵੇ, ਸੰਤ ਕੇ ਦੋਖਨ ਕਾਗਜੂ ਲਵੇ, ਸੰਤ ਕੇ ਦੋਖਨ ਸਰਪ ਜੋਨੀ ਪਾਏ, ਸੰਤ ਕੇ ਦੋਖਨ ਤ੍ਰਿਗਦ ਜੋਨ ਕਿਰਮਾਏ, संत के दुखन तृष्णा में जले, संत के दुखन सबको छले, संत के दुखन तेज सब जाए, संत के दुखन नीच निचाए, संत दुखी का थौ को नाही, नानक संत पावे ਤਾਂ ओए भी गत पाए। ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਸੰਤਾਂ ਨੂੰ ਦੋਸ਼ ਲਾਉਂਦੇ ਹਨ ਉਹਨਾਂ ਦੇ ਮੂੰਹ ਉਲਟੇ ਪਾਸੇ ਹੋ ਜਾਂਦੇ ਹਨ, ਭਾਵ ਜਿਸ ਤਰ੍ਹਾਂ ਲਕਵਾ ਮਾਰ ਜਾਵੇ। ਜੋ ਸੰਤ ਤੇ ਦੋਸ਼ ਲਾਉਂਦਾ ਹੈ ਉਹ ਕਾਂ ਵਾਂਗ ਬਿਰਥਾ ਹੀ ਬੋਲਦਾ ਰਹਿੰਦਾ ਹੈ। ਸੰਤਾਂ ਨੂੰ ਦੋਸ਼ ਲਾਉਣ ਨਾਲ ਸਪਤੀ ਜੋਨੀ ਪਾਉਂਦਾ ਹੈ। ਸੰਤਾਂ ਨੂੰ ਦੋਸ਼ ਲਾਉਣ ਵਾਲਾ ਤਿਰਛੀਆਂ ਤੁਰਨ ਵਾਲੀਆਂ ਜੂਨਾਂ ਕੀੜੇ ਆਦਿਕ ਰੂਪ 'ਚ ਪੈਦਾ ਹੁੰਦਾ ਹੈ। ਸੰਤ ਨੂੰ ਦੁੱਖਣ ਲਾਉਣ ਵਾਲਾ ਜਿਹੜਾ ਸੰਤ ਦੇ ਦੋਸ਼ ਲਾਉਂਦਾ ਹੈ ਉਹ ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜਦਾ ਹੈ। ਸੰਤਾਂ ਨੂੰ ਦੂਸ਼ਣ ਲਾਉਣ ਵਾਲੇ ਤੇ ਸਭ ਕਿਸੇ ਨੂੰ ਛਲਦਾ ਰਹਿਣ ਦੀ ਪ੍ਰਵਿਰਤੀ ਬਣ ਜਾਂਦੀ ਹੈ। ਜੋ ਸੰਤਾਂ ਨੂੰ ਦੋਸ਼ ਲਾਉਂਦੇ ਹਨ ਉਹਨਾਂ ਦਾ ਸਾਰਾ ਪ੍ਰਤਾਪ ਨਸ਼ਟ ਹੋ ਜਾਂਦਾ ਹੈ। ਸੰਤਾਂ ਨੂੰ ਦੋਸ਼ ਲਾਉਣ ਵਾਲਿਆਂ ਤੇ ਹਮੇਸ਼ਾ ਹਾਰ ਹੀ ਪ੍ਰਾਪਤ ਹੁੰਦੀ ਹੈ, ਉਹ ਨੀਚ ਤੋਂ ਨੀਚ ਹੋ ਜਾਂਦੇ ਹਨ। ਸੰਤ ਨੂੰ ਦੋਸ਼ਣ ਲਾਉਣ ਵਾਲਿਆਂ ਦਾ ਕਿਤੇ ਵੀ ਥਾਂ ਨਹੀਂ ਮਿਲਦਾ, ਉਹਨਾਂ ਨੂੰ ਕਿਤੇ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਪਰ ਗੁਰੂ ਸਾਹਿਬ ਦੱਸਦੇ ਹਨ ਕਿ ਜੇ ਸੰਤਾਂ ਦੀ ਮਰਜ਼ੀ ਹੋਵੇ ਤਾਂ ਉਹ ਸੰਤ ਦੇ ਦੋਖੀ ਵੀ ਗਤੀ ਨੂੰ ਪ੍ਰਾਪਤ ਕਰ ਲੈਂਦੇ ਹਨ, ਭਾਵ ਸਭ ਕੁਛ ਮਾਫ ਹੋ ਜਾਂਦਾ ਹੈ ਜੇ ਉਹ ਸੰਤ ਮਾਫ ਕਰ ਦੇਣ। ਪਰ ਜੇ ਤੁਸੀਂ ਉਹਨਾਂ ਨੂੰ ਦੁੱਖ ਦਓਗੇ ਤਾਂ ਮੁੜ ਮੁੜ ਜੋਨੀਆਂ 'ਚ ਪਰਤਦੇ ਰਹੋਗੇ। संत का दोखी महा अत्याई, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राजतेहीन, संत का निंदक दुखियार दीन, संत के निंदक को सरब रोग, संत के निंदक को सदा विजोग, संत की निंदा दोख में दोख, नानक संत पावे ਤਾਂ ਉਸਕਾ ਵੀ ਹੋਏ ਮੋਖ। ਗੁਰੂ ਸਾਹਿਬ ਇੱਥੇ ਕਹਿੰਦੇ ਹਨ ਕਿ ਸੰਤਾਂ ਦੀ ਨਿੰਦਾ ਬੜਾ ਭਾਰੀ ਪਾਪ ਹੈ ਤੇ ਜੋ ਵੀ ਇਹ ਪਾਪ ਕਰਦਾ ਹੈ ਉਹ ਬਹੁਤ ਵੱਡਾ ਪਾਪੀ ਹੈ। ਸੰਤ ਦਾ ਨਿੰਦਕ ਕਿਤੇ ਵੀ ਪਲ ਭਰ ਟਿਕਣ ਨਹੀਂ ਸਕਦਾ, ਭਾਵ ਉਹ ਭਟਕਦਾ ਰਹਿੰਦਾ ਹੈ। ਸੰਤ ਦਾ ਨਿੰਦਕ ਬੜੀ ਹੱਤਿਆ ਕਰਨ ਵਾਲਾ ਹੈ। ਸੰਤ ਦਾ ਨਿੰਦਕ ਪਰਮੇਸ਼ਵਰ ਦਾ ਮਾਰਿਆ ਹੋਇਆ ਹੁੰਦਾ ਹੈ, ਭਾਵ ਉਹਨੂੰ ਸ਼ਰਾਪ ਲੱਗਿਆ ਹੋਇਆ ਹੁੰਦਾ ਹੈ।
ਸੰਤ ਦਾ ਨਿੰਦਕ ਰਾਜ ਭਾਵ ਤੇਜ ਪ੍ਰਤਾਪ ਤੋਂ ਹੀਣ ਹੋ ਜਾਂਦਾ ਹੈ। ਸੰਤ ਦਾ ਨਿੰਦਕ ਹਮੇਸ਼ਾ ਦੁਖੀ ਤੇ ਹਮੇਸ਼ਾ ਆਤੁਰ ਰਹਿੰਦਾ ਹੈ, ਉਹਦਾ ਮਨ ਨਹੀਂ ਟਿਕਦਾ। ਸੰਤ ਦੇ ਨਿੰਦਕ ਨੂੰ ਬਹੁਤ ਸਾਰੇ ਰੋਗ ਲੱਗਦੇ ਹਨ। ਸੰਤ ਦੇ ਨਿੰਦਕ ਨੂੰ ਹਮੇਸ਼ਾ ਵਿਛੋੜਾ ਲੱਗਿਆ ਰਹਿੰਦਾ ਹੈ। ਉਹ ਸ਼ੁਭ ਗੁਣਾਂ ਤੇ ਸੱਚੇ ਮਿੱਤਰਾਂ ਤੇ ਰੱਬ ਜੀ ਤੋਂ ਸਭ ਤੋਂ ਅਲੱਗ ਰਹਿੰਦਾ ਹੈ। ਸੰਤ ਦੀ ਨਿੰਦਾ ਵਿੱਚ ਪਾਪ ਵੱਡਾ ਹੋਈ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ, ਜੇ ਸੰਤ ਨੂੰ ਭਾਵੇ ਤਾਂ ਸੰਤ ਦਾ ਨਿੰਦਕ ਵੀ ਮੁਕਤੀ ਪਾ ਸਕਦਾ ਹੈ। संत का दोखी सदा अपवित्र, संत का दोखी किसे का नहीं मित, संत के दोखी को डान लागे, संत के दोखी को सब त्यागे, संत का दोखी महाअहंकारी, संत का दोखी सदा बिकारी, संत का दोखी जन्मे मरे, संत की दुख ना सुख ते टरे, संत के दोखी को नाही ठाओ, नानक संत भावे ता ले मिलाए। गुरु साहब कहते हैं कि जो संत का दोखी है वो सदा अपवित्र रहता है। ਸੰਤ ਦਾ ਦੁਖੀ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ। ਸੰਤ ਦਾ ਜਿਹੜਾ ਦੁਖੀ ਹੈ ਉਹਨੂੰ ਦੰਡ ਮਿਲਦਾ, ਉਹਨੂੰ ਸਜ਼ਾ ਮਿਲਦੀ ਹੈ। ਇੱਥੇ ਵੀ ਸੰਤ ਦੇ ਦੁਖੀ ਨੂੰ ਸਾਰੇ ਤਿਆਗ ਦਿੰਦੇ ਹਨ, ਕਿਉਂਕਿ ਸੰਤ ਦਾ ਦੁਖੀ ਬਹੁਤ ਹੰਕਾਰੀ ਹੁੰਦਾ ਹੈ। ਇਸ ਲਈ ਸੰਤ ਦੇ ਦੁਖੀ ਵਿੱਚ ਹਮੇਸ਼ਾ ਵਿਕਾਰ ਦਿਖਦੇ ਹਨ। ਸੰਤ ਦਾ ਦੁਖੀ ਜਨਮਦਾ ਮਰਦਾ ਰਹਿੰਦਾ ਹੈ। ਸੰਤ ਦੀ ਦੂਸ਼ਣਾ ਕਰਨ ਵਾਲਾ ਨਿੰਦਕ ਸੁੱਖਾਂ ਤੋਂ ਹਮੇਸ਼ਾ ਵਾਂਝਾ ਰਹਿ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਸੰਤ ਦੇ ਦੋਖੀ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ, ਜੇ ਸੰਤ ਨੂੰ ਭਾਵੇ ਤਾਂ ਉਹ ਉਸ ਨੂੰ ਵੀ ਆਪਣੇ ਤੇ ਪਰਮਾਤਮਾ ਨਾਲ ਮਿਲਾ ਲੈਂਦਾ ਹੈ। ਸੰਤ ਕਾ ਦੋਖੀ ਅਦਬੀਜ ਤੇ ਟੂਟੇ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੋਖੀ ਕੋ ਉਦਿਆਨ ਪਰਮਾਏ, ਸੰਤ ਕਾ ਦੋਖੀ ਉੱਜੜ ਪਾਏ, ਸੰਤ ਕਾ ਦੋਖੀ ਅੰਤਰ ਤੇ ਥੋਤਾ, ज्यों सास बिना मृतक की लोथा, संत के दोखी की जड़ किछ नाही, आपन बीज आप ही खाए, संत के दोखी को अवर न राखन हार, नानक संत भावे ता लय उबार। परमात्मा कहते हैं कि संत का जिहड़ा दोखी है ਉਹ ਅੱਧ ਵਿਚਕਾਰ ਤੋਂ ਟੁੱਟ ਜਾਂਦਾ ਹੈ। ਭਾਵ ਉਹ ਪੂਰੀ ਉਮਰ ਨਹੀਂ ਭੋਗਦਾ, ਜਵਾਨੀ ਦੀ ਮੌਤ ਮਰਦਾ ਹੈ ਤੇ ਉਸ ਦਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਸੰਤ ਦਾ ਦੋਖੀ ਜਿਹੜਾ ਹੈ ਉਹ ਜਾੜਾਂ ਵਿੱਚ ਭਟਕਦਾ ਹੈ। ਸੰਤ ਦਾ ਦੋਖੀ ਕੋ ਰਸਤੇ ਤੇ ਪੈ ਜਾਂਦਾ ਹੈ। ਸੰਤ ਦਾ ਦੋਖੀ ਜਿਹੜਾ ਹੈ ਉਹ ਅੰਦਰੋਂ ਸੱਖਣਾ ਹੋ ਜਾਂਦਾ ਹੈ, ਜਿਸ ਤਰ੍ਹਾਂ ਸਵਾਸਾਂ ਤੋਂ ਬਿਨਾਂ ਮੁਰਦੇ ਦੀ ਲੋਥ ਹੋਵੇ। ਸੰਤ ਦਾ ਦੋਖੀ ਜਿਹੜਾ ਹੈ ਉਹਦੀ ਜੜ ਵਿੱਚ ਕੁਝ ਨਹੀਂ ਹੁੰਦਾ, ਭਾਵ ਉਹ ਆਪਣਾ ਹੀ ਬੀਜਦਾ ਹੈ ਤੇ ਆਪਣਾ ਹੀ ਖਾਂਦਾ ਹੈ। ਸੰਤ ਦੇ ਦੋਖੀ ਨੂੰ ਹੋਰ ਕੋਈ ਰੱਖਣ ਵਾਲਾ ਨਹੀਂ, ਪਰ ਜੇ ਸੰਤ ਭਾਵੇ ਤਾਂ ਉਸ ਦਾ ਵੀ ਉਹ ਉਧਾਰ ਕਰ ਦਿੰਦਾ ਹੈ। ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਹਨ। संत का दोखी यूं बिलाए, ज्यों जल बिहुन मछली तड़फड़ाए, संत का दोखी भूखा नहीं राजे, ज्यों पावक ईंधन नहीं त्रापे, संत का दोखी छूटे इकेला, ज्यों बुआड़ तिल खेत माहे दोहेला, संत का दोखी धर्म ते रहत, संत का दोखी सद मिथ्या कहत, किरत निंदक का तुर ही पिया, नानक जो तिस भावे सोई थिया। गुरु साहब कहते हैं, जो संत का दोखी हुंदा है ਉਹ ਇਸ ਤਰ੍ਹਾਂ ਵਿਲਾਪਦਾ ਹੈ ਜਿਸ ਤਰ੍ਹਾਂ ਜਲ ਬਿਨਾ ਮਛਲੀ ਤੜਫਦੀ ਹੈ। ਸੰਤ ਦਾ ਜਿਹੜਾ ਦੁਖੀ ਹੈ ਉਹ ਭੁੱਖਾ ਰਹਿ ਜਾਂਦਾ, ਉਹ ਕਦੇ ਰੱਜਦਾ ਨਹੀਂ, ਭਾਵ ਉਹ ਹਮੇਸ਼ਾ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਹੈ। ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ, ਸੰਤ ਦਾ ਦੁਖੀ ਇਕੱਲਾ ਹੀ ਛੱਡ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਤਿਲਾਂ ਦੇ ਖੇਤ ਵਿੱਚ ਬਾੜ, ਤਿਲ ਦਾ ਬੂਟਾ ਵੱਢਿਆ ਜਾ ਕੇ ਦੁਖੀ ਹੁੰਦਾ ਹੈ, ਸੰਤ ਦਾ ਦੁਖੀ ਜਿਹੜਾ ਹੈ ਉਹ ਧਰਮ ਤੋਂ ਖਾਲੀ ਹੁੰਦਾ ਹੈ। ਇਸੇ ਕਰਕੇ ਸੰਤ ਦਾ ਦੋਖੀ ਸਦਾ ਝੂਠ ਬੋਲਦਾ ਹੈ। ਨਿੰਦਕ ਦੀ ਕਿਰਤ ਨਿੰਦਾ ਕਰਨੀ ਧੁਰੋਂ ਹੀ ਪਈ ਹੋਈ ਹੈ। ਗੁਰੂ ਸਾਹਿਬ ਕਹਿੰਦੇ ਹਨ, ਜੇ ਉਸ ਪ੍ਰਭ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਜੋ ਉਹ ਪਰਮਾਤਮਾ ਚਾਹੁੰਦਾ ਹੈ। संत का दोखी बिगड़ रूप होए जाए, संत के दोखी को दरगह मिले सजाए, संत का दोखी सदा सहकाइए, संत का दोखी न मरे न जिवाइए, संत के दोखी की पूजे न आसा, संत का दोखी उठ चले निराशा, संत के दोखी न तृष्टे कोय, जैसा भावे तैसा कोय होए, पिया किरत न मेटे कोय, नानक जाने सच्चा सोए। ਗੁਰੂ ਸਾਹਿਬ ਕਹਿੰਦੇ ਹਨ, ਇਸ ਸੰਸਾਰ ਵਿੱਚ ਸੰਤ ਦਾ ਦੋਖੀ ਵਿਗੜੇ ਹੋਏ ਰੂਪ ਵਾਲਾ ਹੋ ਜਾਂਦਾ ਹੈ, ਪਰ ਦਰਗਾਹ ਵਿੱਚ ਵੀ ਸੰਤ ਦੇ ਦੋਖੀ ਨੂੰ ਸਜ਼ਾ ਮਿਲਦੀ ਹੈ। ਸੰਤ ਦਾ ਦੋਖੀ ਸਦਾ ਸਹਿਕਾਈ ਦਾ ਹੈ।
ਸੰਤ ਕਾ ਦੁਖੀ ਨਾ ਮਰਦਾ ਹੈ ਨਾ ਜਿਉਂਦਾ ਹੈ, ਭਾਵ ਉਹ ਜਿਉਂਦਾ ਨਹੀਂ, ਮਰਦਾ ਨਹੀਂ ਤੇ ਤੜਫਦਾ ਰਹਿੰਦਾ ਹੈ। ਸੰਤ ਦੇ ਦੁਖੀ ਦੀ ਆਸਾ ਪੂਰੀ ਨਹੀਂ ਹੁੰਦੀ। ਸੰਤ ਦਾ ਦੁਖੀ ਸੰਸਾਰ ਤੋਂ ਨਿਰਾਸ਼ ਹੀ ਉੱਠ ਕੇ ਤੁਰਦਾ ਹੈ। ਸੰਤ ਦੀ ਨਿੰਦਾ ਕਰਨ ਤੇ ਕੋਈ ਕਦੇ ਟਿਕਿਆ ਨਹੀਂ। ਜਿਸ ਤਰ੍ਹਾਂ ਦਾ ਜਿਸ ਨੂੰ ਭਾਂਦਾ ਹੈ ਤੈਸਾ ਕੋਈ ਹੋ ਜਾਂਦਾ ਹੈ। ਪਈ ਹੋਈ ਕਿਰਤ ਕੋਈ ਮੇਟ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਹਨ, ਇਸ ਗੱਲ ਦੀ ਅਸਲ ਨੂੰ ਉਹ ਸੱਚਾ ਸਾਈਂ ਹੀ ਜਾਣਦਾ ਹੈ ਕਿ ਕੌਣ ਕੀ ਕਰਦਾ ਹੈ ਤੇ ਕੌਣ ਕੀ ਕਰੇਗਾ। ਨਿਯਮ ਹੈ ਕਿ ਜਿਸਨੂੰ ਜੋ ਭਾਉਂਦਾ ਹੈ ਉਹ ਉਹਦਾ ਸੁਭਾਵ ਬਣ ਜਾਂਦਾ ਹੈ। ਭਾਵ ਜਿਹਨੂੰ ਨਿੰਦਾ ਕਰਨੀ ਚੰਗੀ ਲੱਗਦੀ ਹੈ ਉਹ ਨਿੰਦਕ ਹੀ ਬਣ ਜਾਂਦਾ ਹੈ। ਸਭ ਘਟ ਤਿਸਕੇ ਉਹ ਕਰਨੇ ਜੋਗ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ करे दिन रात, तिसे त्यावो सास गिरास। सब किछ वरते तिसका किया, जैसा करे तैसा को थिया। अपना खेल आप करने हार, दूसर कौन कहे विचार। जिसनू किरपा करे तिस आपन नाम दे, बड़ भागी नानक जन से। परमात्मा कहते हैं, सारे घट घट विच ਉਹ ਪ੍ਰਭੂ ਨੇ ਹੀ ਸਭ ਕੁਝ ਰਚਿਆ ਹੋਇਆ ਹੈ। ਉਹ ਰਚਣ ਵਾਲਾ ਹੈ ਤੇ ਉਸੀ ਨੇ ਸਾਰੇ ਜੀਵਾਂ ਨੂੰ ਰਚਿਆ ਹੈ। ਉਸ ਨੂੰ ਸਦਾ ਸਦਾ ਨਮਸਕਾਰ ਕਰਨਾ ਚਾਹੀਦਾ ਹੈ। ਪਰਮਾਤਮਾ ਕਹਿੰਦੇ ਹਨ ਕਿ ਪ੍ਰਭੂ ਦੀ ਉਸਤਤ ਦਿਨ ਰਾਤ ਕਰਨੀ ਚਾਹੀਦੀ ਹੈ। ਉਸ ਨੂੰ ਸਾਸ ਗਿਰਾਸ ਸਿਮਰੋ, ਕਿਉਂਕਿ ਉਹ ਸਭ ਕੁਝ ਉਸਦਾ ਕੀਤਾ ਵਰਤ ਰਿਹਾ ਹੈ। ਉਹ ਜੋ ਚਾਹੁੰਦਾ ਹੈ ਵੈਸਾ ਹੀ ਹੁੰਦਾ ਹੈ। ਜਗਤ ਉਸਦਾ ਆਪਣਾ ਖੇਲ ਹੈ। ਉਹ ਆਪ ਇਸ ਖੇਲ ਦੇ ਕਰਨ ਵਾਲਾ ਹੈ। ਦੂਸਰਾ ਹੋਰ ਕੌਣ ਹੈ ਇਸ ਸੰਸਾਰ ਨੂੰ ਜੋ ਕੱਟ ਸਕਦਾ ਹੈ? ਉਹ ਜਿਸ ਪਰ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਉਹ ਨਾਮ ਵਾਲੇ ਪੁਰਖ ਵੱਡੇ ਵੱਡੇ ਭਾਗਾਂ ਵਾਲੇ ਸਮਝਣੇ ਚਾਹੀਦੇ ਹਨ, ਜਿਹਦੇ ਉੱਤੇ ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਨਾਮ ਦਿੰਦਾ ਹੈ। ਉਹ ਬਹੁਤ ਵਡਭਾਗੀ ਹਨ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੱਤੀ ਹੈ ਪ੍ਰਮਾਤਮਾ ਨੇ। ਸ਼ੁਕਰਾਨਾ ਗੁਰੂ ਜੀ, ਬੇਅੰਤ ਸ਼ੁਕਰਾਨਾ।